राम राम जी। कलयुग का मिलाप। गुरु नानक देव जी समुद्र किनारे बैठे हुए सन कि अचानक एक बहुत जोरदार तूफान आया। कंकर, पत्थर, मिट्टी का गुबार जमीन तो लैके आसमान तक फैल गया। अपना हथ भी मर्दाना जी को दिखाई नहीं सी दिंदा, इन्ना भयानक तूफान सी। मर्दाना जी ने सब देख के गुरु नानक देव जी ने कहा, चंगा मारिया है, उस जगह तुसी मारिया है जिथे कफन भी नसीब नहीं सी होवेगा। तुहाडे नाल चल के मैं बहुत दुख पाया है, हुण लगदा है अंतिम समा आ गया, इत्थे ही मेरी कबर बन जाएगी अते मेरे शरीर नूं हुण कफन भी नसीब होना मुश्किल जापदा है। गुरु नानक देव जी मर्दाने की गल सुन के हसन लग पे। उन्होंने कहा, मर्दानिया घबरा ना, तेरे नेड़े कुछ नहीं आउंदा, तू चिंता मत कर। फिर कुछ समय बाद वो तूफान शांत होया ਅਤੇ एक बहुत भयानक राक्षस नज़र आया जिस दे नेत्र लाल सन, काली देह सी, मुख विशाल सी ਅਤੇ उसका सिर आसमान ਨੂੰ ਛੂੰਹਦਾ ਸੀ ਅਤੇ पैर पताल ਵੱਲ ਜਾਂਦੇ ਸਨ। ਇਹ ਭਿਆਨਕ ਦ੍ਰਿਸ਼ ਵੇਖ ਕੇ ਮਰਦਾਨਾ ਜੀ ਬਹੁਤ ਡਰ ਗਏ। ਮਰਦਾਨਾ ਜੀ ਨੇ ਕਿਹਾ, ਨਾਨਕ ਜੀ, ਹਨੇਰੀ ਤੋਂ ਤੇ ਤੁਸੀਂ ਬਚਾ ਲਿਆ, ਇਸ ਬਲਾ ਤੋਂ ਕਿਵੇਂ ਬਚਾਓਗੇ? लगता है असी सारे इसका ग्रास बन जावांगे। नानक जी ने कहा, तू चिंता मत कर, मैं तेरे नाल हाँ, तैनू कुछ नहीं हुंदा, तू बस तमाशा वेखी जा। फिर वह कलयुग एक भयानक रूप धार के अगन के रूप च प्रगट हो गया। उसके सारे अंगां चों अग्नि निकल रही सी, पर गुरु नानक देव जी अडोल रहे, उन्हां उत्ते कोई असर ना होया। जदों उस राक्षस ने देखिया कि ਇਹ ਸੰਤ ਪੂਰਨ ਪੁਰਖ ਹਨ, ਅਡੋਲ ਹਨ, ਪਰਮਾਤਮਾ ਦੇ ਸਾਖਸ਼ਾਤ ਰੂਪ ਹਨ, ਉਹ ਆਪਣੇ ਅਸਲੀ ਰੂਪ ਵਿੱਚ ਆ ਗਿਆ ਅਤੇ ਇੱਕ ਹੱਥ ਵਿੱਚ ਜੀਭ ਅਤੇ ਦੂਜੇ ਹੱਥ ਵਿੱਚ ਇੰਦਰੀ ਲੈ ਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਮੱਥਾ ਟੇਕਿਆ। ਗੁਰੂ ਨਾਨਕ ਜੀ ਨੇ ਕਿਹਾ, ਤੁਸੀਂ ਕੌਣ ਹੋ ਅਤੇ ਇਹ ਸਭ ਕੌਤਕ ਕਿਉਂ ਕੀਤਾ ਹੈ? ਉਸ ਰਾਖਸ਼ ਨੇ ਕਿਹਾ, ਮੈਂ ਕਲਯੁਗ ਹਾਂ, ਮੈਂ ਤੁਹਾਡੀ ਪ੍ਰੀਖਿਆ ਲੈਣਾ ਚਾਹੁੰਦਾ ਸੀ ਕਿ ਤੁਸੀਂ ਪੂਰਨ ਪੁਰਖ ਹੋ कि नहीं। मैं जो भी कुछ किया, हनेरी का रूप धार के, राक्षस का रूप धार के, उस मेरे अपराध को क्षमा करो। मैं सिर्फ प्रीख्या लै रहा सी, मैं कलयुग हाँ, इस समय इस संसार उत्ते मेरा ही राज है। नानक जी ने कहा, तू केड़ी सेना नाल इस स्थान ते रह रही हैं, इस पूरे संसार उत्ते अपनी केड़ी सेना नाल राज कर रही हैं? उसने कहा, मेरे राज ਵਿੱਚ ਝੂਠ ਸੂਰਮਾ ਸਭ ਤੋਂ ਅੱਗੇ ਝੰਡਾ ਲੈ ਕੇ ਤੁਰਦਾ ਹੈ। ਮੋਹ ਸਾਰਿਆਂ ਦਾ ਰਾਜਾ ਹੈ, ਸੈਨਾਪਤੀ ਹਿੰਸਾ ਹੈ। ਕਾਮ, ਕ੍ਰੋਧ, ਲੋਭ ਤੇ ਹੰਕਾਰ, ਇਹ ਮੇਰੇ ਹਾਥੀ ਅਸਵਾਰ ਸੂਰਮੇ ਹਨ। ਈਰਖਾ, ਨਿੰਦਿਆ, ਚੁਗਲੀ ਤੇ ਮਾਰਤਾਰ, ਤ੍ਰਿਸ਼ਨਾ, ਇਹ ਸਭ ਰੱਥਾਂ ਤੇ ਅਸਵਾਰ ਯੋਧੇ ਹਨ। ਆਲਸ, ਜੂਆ, ਸ਼ਰਾਬ ਆਦਿ ਹੋਰ ਖੋਟੇ ਕਰਮ ਮੇਰੇ ਘੋੜਸਵਾਰ ਸੈਨਿਕ ਹਨ। ममता ਅਤੇ ਵਿਸ਼ਿਆਂ ਦੀ ਆਸ਼ਾ, ਚੋਰੀ, ਇਹ ਪੈਦਲ ਫੌਜ ਹੈ ਜੋ ਪੈਦਲ ਹਮਲਾ ਕਰਦੀ ਹੈ। ਮੇਰੀ ਸੈਨਾ ਅੱਗੇ ਕੋਈ ਯੋਧਾ ਨਹੀਂ ਠਹਿਰ ਸਕਦਾ। ਮੈਂ ਜਿੱਧਰ ਕਿੱਧਰ ਧਾਵਾਂ ਬੋਲਦਾ ਹਾਂ, ਜਿੱਤ ਮੇਰੀ ਹੀ ਹੁੰਦੀ ਹੈ। ਮੇਰੇ ਪਖੰਡ ਯੋਧੇ ਨੇ ਕ੍ਰੋਧ ਨਾਲ ਦਿਗਵਿਜੇ ਕੀਤੀ ਹੋਈ ਹੈ। ਇਸ ਪ੍ਰਕਾਰ ਦੀ ਸਰਦਾਰੀ ਹੈ। ਕਲਯੁਗ ਦੀ ਵਾਰਤਾ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ, जिस सिखदारी तिस ही खुआरी, चाकर केरे डरना, जा सिखदारे पवे जंजीरी ता चाकर हथों मरना। नानक जी ने कहा कि तू इन्हां योद्धियां नाल धावा बोल के सारे संसार विच दिग्विजय कीती हुई है, ठीक है, परंतु यह गल याद रख कि कभी भी नौकर नूं सज़ा नहीं मिलती, सज़ा सरदार नूं मिलती है। नौकर ते अपने सरदार दा हुक्म पालदे हन। ਜਦੋਂ ਤੇਰਾ ਲੇਖਾ ਹੋਏਗਾ, ਅਸੀਂ ਕਰਤਾਰ ਦੇ ਨੌਕਰ ਹਾਂ, ਤੂੰ ਸਾਡੇ ਹੀ ਹੱਥੇ ਆਏਗਾ। ਤੂੰ ਜੋ ਵੀ ਖੋਟੇ ਕਰਮ ਕਰਵਾ ਰਿਹਾ ਹੈ ਲੋਕਾਂ ਕੋ, ਉਸ ਦਾ ਹਿਸਾਬ ਕਿਤਾਬ ਤੈਨੂੰ ਦੇਣਾ ਪਵੇਗਾ, ਤੇਰਾ ਲੇਖਾ ਹੋਵੇਗਾ। ਕਲਯੁਗ ਕੰਬਣ ਲੱਗ ਪਿਆ, ਹੱਥ ਜੋੜ ਕੇ ਬੇਨਤੀ ਕਰਨ ਲੱਗ ਪਿਆ, ਨਾਨਕ ਜੀ, ਇਸੇ ਕਰਕੇ ਮੈਂ ਤੁਹਾਡੇ ਚਰਨਾਂ 'ਤੇ ਆਇਆ ਹਾਂ, ਮੇਰੀ ਕੁਝ ਭੇਟ ਸਵੀਕਾਰ ਕਰ ਲਓ ਤਾਂ ਕਿ ਜਦੋਂ ਮੇਰਾ ਲੇਖਾ ਹੋਵੇ ਤਾਂ ਮੇਰੇ ਮਾਰੇ ਕਰਮ ਨਹੀਂ, ਕੁਝ ਤੁਹਾਡੀ ਸੇਵਾ ਦੇ ਪ੍ਰਤੀ ਕੁਝ ਚੰਗੇ ਕਰਮ ਵੀ ਮੇਰੇ ਨਾਲ ਹੋਵਨ
ਤਾਂ ਕਿ ਮੈਂ ਪਰਮਾਤਮਾ ਦੀ ਨਜ਼ਰ ਵਿੱਚ ਗੁਨਾਹਗਾਰ ਨਾ ਹੋਵਾਂ। ਉਸਨੇ ਕਿਹਾ ਕਿ ਮੇਰੇ ਤੋਂ ਕੁਝ ਮੰਦਰ, ਕੁਝ ਸੁੰਦਰ ਮਹਿਲ ਲੈ ਲਓ। ਮੰਦਰਾਂ ਵਿੱਚ ਚੰਦਨ ਦਾ ਲੇਪਨ, ਕਸਤੂਰੀ ਦਾ ਛਿੜਕਾਅ ਕਰਾ ਦੇਵਾਂਗਾ। ਜਿੱਥੇ ਬੈਠਣ ਨਾਲ ਮਨ ਨੂੰ ਖੁਸ਼ੀਆਂ ਤੇ ਖੇੜਾ ਆ ਜਾਵੇਗਾ। ਇਹ ਮੇਰੀ ਭੇਟਾ ਕਿਰਪਾ ਕਰਕੇ ਆਪ ਸਵੀਕਾਰ ਕਰੋ। ਗੁਰੂ ਨਾਨਕ ਜੀ ਨੇ ਕਿਹਾ, ਸ੍ਰੀ ਰਾਗ ਮਹਿਲਾ ਪਹਿਲਾ। ਮੋਤੀ ਤਮ ਮੰਦਰ ਉਸਰਹੀ, ਰਤਨੀ ਤਾ ਹੋਈ ਜੜਾਓ। ਕਸਤੂਰ ਕੁੰਗੂ ਅਗਰ ਚੰਦਨ, ਲੀਪ ਆਵੇ ਚਾਓ। ਮਤ ਦੇਖ ਭੁੱਲਾ ਵਿਸਰੇ, ਤੇਰਾ ਚਿਤ ਨਾ ਆਵੇ ਨਾਓ। ਹਰ ਬਿਨ ਜਿਉ ਬਲ ਬਲ ਜਾਓ। ਮੈਂ ਆਪਣਾ ਗੁਰੂ ਪੁਰਸ਼ ਦੇਖਿਆ, ਅਵੋ ਨਾਹੀ ਥਾਓ। ਹੇ ਕਲਯੁਗ, ਇਹਨਾਂ ਤੇਰੇ ਹੀਰੇ ਰਤਨ ਜੜੇ ਮੰਦਰਾਂ ਨੂੰ ਜੋ ਚੰਦਨ ਆਦਿ ਸੁਗੰਧੀਆਂ ਨਾਲ ਲਿਪੇ ਹੋਏ ਹੋਣਗੇ, ਉਹਨਾਂ ਵਿੱਚ ਬੈਠ ਕੇ ਮਤਾ ਮਨ ਖੁਸ਼ੀਆਂ ਵਿੱਚ ਪੈ ਕੇ ਪਰਮਾਤਮਾ ਦਾ ਨਾਮ ਹੀ ਭੁੱਲ ਜਾਵੇ, ਜਿਸ ਨਾਮ ਤੋਂ ਬਿਨਾਂ ਜੀਵ ਸੜ ਕੇ ਸੁਆਹ ਹੋ ਜਾਂਦਾ ਹੈ। ਮੈਂ ਆਪਣੇ ਨਿਰੰਕਾਰ ਗੁਰੂ ਤੋਂ ਪੁੱਛ ਕੇ ਦੇਖ ਲਿਆ ਹੈ, ਉਸ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਹੈ ਜਿੱਥੇ ਜੀਵ ਨੂੰ ਆਤਮ ਸੁਖ ਦਾ ਨਿਵਾਸ ਮਿਲੇ। ਫਿਰ ਕਲਯੁਗ ਨੇ ਕਿਹਾ, ਜੇ ਤੁਸੀਂ ਭੇਟ ਨਹੀਂ ਲੈਣਾ ਚਾਹੁੰਦੀ, ਸੁੰਦਰ ਇਸਤਰੀਆਂ ਅਤੇ ਹੀਰੇ ਜਵਾਹਰਾਤ ਨਾਲ ਜੜੇ ਹੋਏ ਪਲੰਗ ਲੈ ਲਵੋ ਅਤੇ ਆਨੰਦ ਮਾਣੋ। ਗੁਰੂ ਜੀ ਨੇ ਕਿਹਾ, ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ। ਮੋਹਨੀ ਮੁਖ ਮਨੀ ਸੋਹੇ, ਕਰੇ ਰੰਗੀ ਪਸਾਓ। ਮਤ ਦੇਖ ਭੂਲਾ ਵਿਸਰੇ, ਤੇਰਾ ਚਿਤ ਨਾ ਆਵੇ ਨਾਓ। ਹੈ ਕਲਯੁਗ, ਸਾਰੀ ਧਰਤੀ ਜੇਕਰ ਹੀਰੇ ਲਾਲਾਂ ਨਾਲ ਜੜੀ ਜਾਵੇ, ਸੁੰਦਰ ਇਸਤਰੀਆਂ ਰਾਗ ਰੰਗ ਦਾ ਫੈਲਾਓ ਕਰਕੇ ਮਨ ਨੂੰ ਮੋਹਨਾ ਕਰਨ, ਜਾਂ ਉਹਨਾਂ ਨੂੰ ਵੇਖ ਕੇ ਮਤਾ ਮਨ ਭੁੱਲ ਜਾਵੇ ਤੇ ਪਰਮਾਤਮਾ ਦਾ ਨਾਮ ਵਿਸਰ ਜਾਵੇ, ਇਸ ਕਰਕੇ ਸਾਨੂੰ ਤੇਰੀ ਭੇਟਾ ਪ੍ਰਵਾਨ ਨਹੀਂ। ਫਿਰ ਕਲਯੁਗ ਨੇ ਕਿਹਾ, ਨਹੀਂ ਤਾਂ 9 ਨਿਧੀਆਂ ਤੇ 18 ਸਿੱਧੀਆਂ ਵੀ ਪ੍ਰਵਾਨ ਕਰ ਲਵੋ। ਗੁਰੂ ਨਾਨਕ ਜੀ ਨੇ ਕਿਹਾ, ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ। ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੇ ਪਾਓ। ਮਤ ਦੇਖ ਭੂਲਾ ਵਿਸਰੇ, ਤੇਰਾ ਚਿਤ ਨਾ ਆਵੇ ਨਾਓ। ਹੇ ਕਲਯੁਗ, ਜੇਕਰ ਸਿੱਧ ਹੋ ਕੇ ਰਿੱਧੀਆਂ ਸਿੱਧੀਆਂ ਵਸ ਕਰ ਲਵਾਂ, ਲੋਕਾਂ ਨੂੰ ਧੋਖਾ ਦੇ ਕੇ ਆਪਣੀ ਵਡਿਆਈ ਵਾਸਤੇ ਕਦੀ ਲੁਕ ਜਾਵਾਂ, ਕਦੀ ਪ੍ਰਗਟ ਹੋ ਕੇ ਬੈਠ ਜਾਵਾਂ, ਇਹਨਾਂ ਗੱਲਾਂ ਵਿੱਚ ਪੈ ਕੇ ਕਿਤੇ ਮੈਨੂੰ ਪਰਮਾਤਮਾ ਦਾ ਨਾਮ ਭੁੱਲ ਨਾ ਜਾਵੇ, ਇਸ ਕਰਕੇ ਮੈਨੂੰ ਤੇਰੀਆਂ ਭੇਟ ਵੀ ਪ੍ਰਵਾਨ ਨਹੀਂ। ਫਿਰ ਕਲਯੁਗ ਨੇ ਕਿਹਾ, ਜੇਕਰ ਇਹ ਨਹੀਂ ਤਾਂ ਰਾਜਾ ਬਣ ਕੇ ਰਾਜ ਕਰੋ। ਗੁਰੂ ਨਾਨਕ ਜੀ ਨੇ ਕਿਹਾ, ਸੁਲਤਾਨ ਹੋਵਾਂ ਮੇਲ ਲਸ਼ਕਰ, ਤਖਤ ਰਾਖਾਂ ਪਾਓ। ਹੁਕਮ ਹਾਸਲ ਕਰੀ ਬੈਠਾ, ਨਾਨਕ ਸਭ ਵਾਓ। ਮਤ ਦੇਖ ਭੂਲਾ ਵਿਸਰੇ, ਤੇਰਾ ਚਿਤ ਨਾ ਆਵੇ ਨਾਓ। ਜੇਕਰ ਮੈਂ ਰਾਜਾ ਹੋ ਕੇ ਤਖਤ ਉੱਤੇ ਬੈਠਾਂ ਤੇ ਫੌਜਾਂ ਰੱਖ ਲਵਾਂ, ਪ੍ਰਜਾ ਉੱਤੇ ਹੁਕਮ ਚਲਾਵਾਂ, ਇਹ ਸਭ ਵਿਅਰਥ ਹਨ, ਕਿਉਂਕਿ ਇਹਨਾਂ ਐਸ਼ਾਂ ਵਿੱਚ ਪੈ ਕੇ ਮਤਾ ਮੈਂ ਭੁੱਲ ਜਾਵਾਂ, ਪਰਮਾਤਮਾ ਦਾ ਨਾਮ ਚਿੱਤ ਵਿੱਚ ਨਾ ਆਵੇ, ਸੋ ਇਹ ਵੀ ਮੈਨੂੰ ਪ੍ਰਵਾਨ ਨਹੀਂ ਹਨ। ਤਦ ਕਲਯੁਗ ਨੇ ਕਿਹਾ, ਮਹਾਰਾਜ, ਤੁਸੀਂ ਮੇਰੇ ਪਹਿਰੇ ਵਿੱਚ ਜੀਵਾਂ ਨੂੰ ਤਾਰਨ ਵਾਸਤੇ ਅਵਤਾਰ ਧਾਰਨ ਕੀਤਾ ਹੈ। ਮੈਂ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਇਆ ਹਾਂ, ਮੇਰਾ ਮਿਲਣਾ ਨਿਸ਼ਫਲ ਕਿਉਂ ਕਰਦੇ ਹੋ? ਤੁਸੀਂ ਮੇਰੀ ਕੋਈ ਭੇਂਟ ਸਵੀਕਾਰ ਕਰ ਲਓ ਤੇ ਮੈਂ ਬਹੁਤ ਪੁੰਨਾਂ ਦਾ ਭਾਗੀ ਬਣ ਜਾਵਾਂਗਾ। ਕਲਯੁਗ ਦੇ ਅਤਿ ਦੀਨ ਵਚਨ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ, ਜੇ ਤੁਸੀਂ ਕੋਈ ਭੇਟ ਦੇਣੀ ਹੈ ਤੇ ਇਹ ਭੇਟ ਦਿਓ ਕਿ ਜੋ ਮੇਰਾ ਸ਼ਰਧਾਵਾਨ ਸੁਖ ਹੋਏ, ਉਸ ਸਿੱਖ ਦੇ ਨਜ਼ਦੀਕ ਤੇਰਾ ਕੋਈ ਵੀ ਸੈਨਿਕ ਨਾ ਆਵੇ, ਕਾਮ ਕ੍ਰੋਧ ਮੋਹ ਲੋਭ ਹੰਕਾਰ ਤੋਂ ਦੂਰ ਹੋ ਜਾਵੇ। ਇਹ ਬਚਨ ਸੁਣ ਕੇ ਕਲਯੁਗ ਨੇ ਕਿਹਾ, ਨਾਨਕ ਜੀ, ਮੈਨੂੰ ਕਰਤਾਰ ਨੇ ਇਹ ਹੁਕਮ ਦਿੱਤਾ ਹੈ ਕਿ ਕਲਯੁਗ ਵਿੱਚ ਤੂੰ ਸਾਰਿਆਂ ਦੀ ਬੁੱਧੀ ਉਲਟਾ ਦੇਣੀ, ਜਿਸ ਕਰਕੇ ਖੋਟੇ ਕਰਮ, ਚੋਰੀ, ਯਾਰੀ, ਨਿੰਦਾ, ਝੂਠ, ਚੁਗਲੀ ਆਦਿ ਕਰਨ ਵਿੱਚ ਸਾਰਿਆਂ ਦਾ ਮਨ ਰੁਝੇ। ਗੁਨੀਆਂ ਦਾ ਨਿਰਾਦਰ ਕਰਾਵਾਂ ਤੇ ਮੂਰਖਾਂ ਨੂੰ ਰਾਜਿਆਂ ਪਾਸ ਬਿਠਾ ਕੇ ਵਡਿਆਈ ਦਿਵਾਵਾਂ। ਜਤ ਸਤ ਦਾ ਨਾਮ ਨਾ ਰਹਿੰਦੀਆਂ ਅਤੇ ਊਚ ਨੀਚ ਨੂੰ ਬਰਾਬਰ ਕਰਦੀਆਂ। ਮੇਰੇ ਰਾਜ ਵਿੱਚ ਸੰਨਿਆਸੀ ਤੇ ਤਿਆਗੀ ਧਨ ਇਕੱਠਾ ਕਰਨਗੇ ਅਤੇ ਗ੍ਰਸਤੀ ਭੁੱਖੇ ਮਰਨਗੇ, ਪਰ ਹੁਣ ਜਿਵੇਂ ਆਪ ਹੁਕਮ ਕਰੋ ਮੈਂ ਉਹੀ ਕਰਾਂਗਾ। ਉਸ ਦੀ ਗੱਲ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਪ੍ਰਸੰਨ ਹੋ ਕੇ ਕਿਹਾ, ਤੇਰੇ ਰਾਜ ਸਮੇਂ ਵਿੱਚ ਪਰਮਾਤਮਾ ਦਾ ਬਹੁਤ ਜਸ ਵਧੇਗਾ। ਜੋ ਕਾਰਜ ਸਤਯੁਗ ਵਿੱਚ ਲੱਖਾਂ ਵਰਿਆਂ 'ਚ, ਤ੍ਰੇਤਾ ਵਿੱਚ ਹਜ਼ਾਰਾਂ ਵਰਿਆਂ 'ਚ ਅਤੇ ਦੁਆਪਰ ਵਿੱਚ 1000 ਸਾਲ ਵਿੱਚ ਹੁੰਦਾ ਸੀ, ਉਹ ਕਲਯੁਗ ਵਿੱਚ ਥੋੜ੍ਹੇ ਹੀ ਸਮੇਂ ਵਿੱਚ ਹੋ ਜਾਵੇਗਾ।
ਜਿਹੜਾ ਪ੍ਰੇਮ ਨਾਮ ਹਰੀ ਕੀਰਤਨ ਕਰੇਗਾ ਉਹ ਤਤਕਾਲ ਹੀ ਭਵ ਸਾਗਰ ਨੂੰ ਤਰ ਜਾਏਗਾ। ਜੇ ਤੂੰ ਰਤਨਾ ਮਣੀਆਂ ਦੀਆਂ ਭੇਟਾਂ ਦੇਣੀਆਂ ਚਾਹੁੰਦਾ ਹੈ, ਉਹ ਅਸੀਂ ਆਪਣੇ ਚੌਥੇ ਰੂਪ ਵਿੱਚ ਧਾਰਨ ਕਰ ਲਵਾਂਗੇ। ਇਹ ਵਚਨ ਸੁਣ ਕੇ ਕਲਯੁਗ ਨੇ ਬਹੁਤ ਪ੍ਰਸੰਨ ਹੋ ਕੇ ਨਮਸਕਾਰ ਕੀਤੀ ਅਤੇ ਜਿਹੜੇ ਸਿੱਖ ਤੁਹਾਡਾ ਬਚਨ ਕਮਾਉਣਗੇ ਮੈਂ ਉਹਨਾਂ ਦੇ ਨੇੜੇ ਨਹੀਂ ਆਵਾਂਗਾ। ਇਹ ਦੇਖ ਕੇ ਕਲਯੁਗ ਨਮਸਕਾਰ ਕਰਕੇ ਵਿਦਾ ਹੋ ਗਿਆ। ਗੁਰੂ ਨਾਨਕ ਦੇਵ ਜੀ ਵੀ ਉਧਰੋਂ ਚੱਲ ਪਏ। ਧੰਨਵਾਦ।